Hello and welcome to Profound Scientific Knowledge YouTube channel. Now I am going to start the topic evaporation. Class 9th topic evaporation. The change of state from liquid to vapor takes place without the liquid reaching the boiling point. This process is known as evaporation. हाँ जी स्टूडेंट्स, evaporation ਦਾ मीनिंग ਕੀ ਹੁੰਦਾ ਹੈ ਕਿ ਜਦੋਂ ਲਿਕੁਇਡ ਕਿਹਦੇ ਚ ਕਨਵਰਟ ਹੋ ਜਾਂਦਾ ਹੈ, ਵੇਪਰ ਫਾਰਮ ਦੇ ਵਿੱਚ। ਜਦੋਂ ਵੇਪਰ ਸਟੇਟ ਦੇ ਵਿੱਚ ਲਿਕੁਇਡ ਕਨਵਰਟ ਹੋ ਜਾਂਦਾ ਵਿਦਆਊਟ ਰੀਚਿੰਗ ਇਟਸ ਬੋਇਲਿੰਗ ਪੁਆਇੰਟ। ਜਿਹੜਾ ਲਿਕੁਇਡ ਹੈ, ਲਿਕੁਇਡ ਦਾ ਬੋਇਲਿੰਗ ਪੁਆਇੰਟ ਕਿੰਨਾ ਹੁੰਦਾ ਹੈ 100 ਡਿਗਰੀ ਸੈਲਸੀਅਸ। ਬਟ ਉਸ ਤੋਂ ਪਹਿਲਾਂ ਹੀ ਜਦੋਂ ਲਿਕੁਇਡ ਕੀ ਚ ਕਨਵਰਟ ਹੋ ਜੂ, ਵੇਪਰ ਫਾਰਮ ਚ, ਮਤਲਬ ਬੋਇਲਿੰਗ ਪੁਆਇੰਟ ਤੇ ਰੀਚ ਕਰਨ ਤੋਂ ਪਹਿਲਾਂ ਹੀ ਉਹ ਕਿਹਦੇ ਵਿੱਚ ਕਨਵਰਟ ਹੋ ਜਾਂਦਾ ਲਿਕੁਇਡ, ਵੇਪਰਸ ਫਾਰਮ ਚ। ਉਸ ਟਰਮ ਨੂੰ ਆਪਾਂ ਕਹਿੰਦੇ ਹੁੰਦੇ ਆ ਇਵੈਪੋਰੇਸ਼ਨ। ਇਵੈਪੋਰੇਸ਼ਨ ਇਜ਼ ਅ ਸਰਫੇਸ ਫਿਨੋਮੇਨਾ। ਜੋ ਇਵੈਪੋਰੇਸ਼ਨ ਹੈ ਕੀ ਹੁੰਦਾ, ਇੱਕ ਸਰਫੇਸ ਫਿਨੋਮੇਨਾ ਹੈ, ਮੀਨਿੰਗ ਬਟ ਵੇਪਰਾਈਜੇਸ਼ਨ ਜਾਂ ਬੋਇਲਿੰਗ ਹੈ ਜਿਹੜਾ ਆਪਣਾ ਕੀ ਹੁੰਦਾ ਬਲਕ ਫਿਨੋਮੇਨਾ। ਇਵੈਪੋਰੇਸ਼ਨ ਦੇ ਵਿੱਚ ਆਪਾਂ ਨੂੰ ਬਾਹਰੋਂ ਹੀਟ ਹੈ ਜਿਹੜੀ ਅਪਲਾਈ ਕਰਨ ਦੀ ਲੋੜ ਨਹੀਂ ਪਊਗੀ, ਬਟ ਬੋਇਲਿੰਗ ਦੇ ਵਿੱਚ ਆਪਾਂ ਬਾਹਰੋਂ ਜਿਹੜੀ ਉਹਨੂੰ ਹੀਟ ਕੀ ਕਰਾਂਗੇ, ਪ੍ਰੋਵਾਈਡ ਕਰਦੇ ਹੁੰਦੇ ਆ। ਤਾਂ ਬਲਕ ਫਿਨੋਮੇਨਾ ਕਿਵੇਂ ਹੋਊਗਾ, ਬੋਇਲਿੰਗ ਔਰ ਵੇਪਰਾਈਜੇਸ਼ਨ ਬਲਕ ਫਿਨੋਮੇਨਾ ਕਿਵੇਂ ਹੋਊਗਾ ਕਿ ਜਿਹੜੇ ਉਹਦੇ ਵਿੱਚ ਪਾਰਟੀਕਲਸ ਹੋਣਗੇ ਲਿਕੁਇਡ ਦੇ, ਉਹ ਬਾਟਮ ਤੱਕ, ਮਤਲਬ ਟੌਪ ਤੋਂ ਲੈ ਕੇ ਬਾਟਮ ਤੱਕ ਪੂਰੇ ਦੇ ਪੂਰੇ ਕੀ ਹੋਣਗੇ, ਉਹਨਾਂ ਨੂੰ ਹੀਟ ਮਿਲੂਗੀ। ਬਟ ਇਵੈਪੋਰੇਸ਼ਨ ਵਾਲੇ ਕੇਸ 'ਚ ਕੀ ਹੋਊਗਾ ਕਿ ਇਹ ਸਰਫੇਸ ਫਿਨੋਮੇਨਾ। ਇਹ ਕੀ ਹੋਊਗਾ ਕਿ ਓਪਨ ਆਪਾਂ ਕੋਈ ਵੀ ਕੰਟੇਨਰ ਬਾਹਰ ਰੱਖਤਾ, ਕੋਈ ਵੀ ਆਪਾਂ ਯੂਟੈਂਸਿਲ ਲਿਆ, ਓਪਨ ਯੂਟੈਂਸਿਲ ਉਹ ਰੱਖਤਾ, ਉਹਦੇ ਵਿੱਚ ਕੀ ਥੋੜਾ ਬਹੁਤਾ ਵਾਟਰ ਲਿਆ, ਉਹਦਾ ਜਿਹੜਾ ਅਪਰ ਸਰਫੇਸ ਹੋਊਗਾ, ਮਤਲਬ ਉੱਪਰਲੀ ਲੇਅਰ ਹੋਊਗੀ ਜਿਹੜੀ ਵਾਟਰ ਦੀ ਸਰਫੇਸ, ਉਹ ਕੀ ਹੋ ਜਾਊਗਾ, ਉਹ ਐਬਜ਼ੌਰਬ ਕਰੂਗੀ। ਬਾਹਰੋਂ ਕੀ ਕਰੂਗੀ, ਹੀਟ ਹੈ ਜਿਹੜੀ, ਉਹਦੇ ਜਿਹੜੇ ਪਾਰਟੀਕਲਸ ਨੇ ਹੀਟ ਕੀ ਕਰ ਲੈਣਗੇ, ਐਬਜ਼ੌਰਬ ਕਰ ਲੈਣਗੇ। ਦੈਨ ਕੀ ਹੋਊਗਾ, ਕੂਲਿੰਗ ਇਫੈਕਟ ਸ਼ੋ ਹੁੰਦਾ ਜਿਹੜੀ ਇਵੈਪੋਰੇਸ਼ਨ ਹੈ ਉਹਦੇ ਵਿੱਚ ਕੀ ਹੋਊਗਾ, ਇਵੈਪੋਰੇਸ਼ਨ ਦਾ ਥਰਡ ਪੁਆਇੰਟ ਆ ਜਾਂਦਾ ਕਿ ਕਾਜ਼ ਕਰਦਾ ਕੂਲਿੰਗ। ਇਵੈਪੋਰੇਸ਼ਨ ਕਾਜ਼ਸ ਕੂਲਿੰਗ ਬਟ ਵੇਪਰਾਈਜੇਸ਼ਨ ਡਜ਼ ਨਾਟ ਕਾਜ਼ ਕੂਲਿੰਗ। ਵੇਪਰਾਈਜੇਸ਼ਨ ਦੇ ਵਿੱਚ ਕੂਲਿੰਗ ਦਾ ਕੋਈ ਇਫੈਕਟ ਨਹੀਂ ਹੁੰਦਾ। ਨੈਕਸਟ ਹੈਗਾ ਆਪਣੇ ਕੋਲ ਇਵੈਪੋਰੇਸ਼ਨ occurs at room temperature but in case of boiling external heat is applied। evaporation ਦੇ ਕੇਸ ਵਿੱਚ ਕੀ ਹੋਊਗਾ ਕਿ ਇਹ ਜਿਹੜਾ ਰੂਮ ਟੈਂਪਰੇਚਰ ਹੈ, ਜਿਹੜਾ ਜਿੰਨਾ ਵੀ ਹੁਣ ਆਪਣਾ ਰੂਮ ਟੈਂਪਰੇਚਰ ਹੁੰਦਾ ਉਹ ਤੇ ਕੀ ਹੋ ਜੂਗੀ, ਇਵੈਪੋਰੇਸ਼ਨ ਜਿਹੜੀ ਹੋ ਜਾਂਦੀ ਹੈ। ਬਟ ਜਿਹੜਾ ਆਪਣਾ ਕੀ ਹੈ ਬੋਇਲਿੰਗ ਹੈ, ਇਹਦੇ ਲਈ ਆਪਾਂ ਨੂੰ ਐਕਸਟਰਨਲ ਜਿਹੜਾ ਟੈਂਪਰੇਚਰ ਹੈ, ਐਕਸਟਰਨਲੀ ਆਪਾਂ ਨੂੰ ਹੀਟ ਹੈ ਜਿਹੜੀ ਅਪਲਾਈ ਕਰਨੀ ਪੈਂਦੀ ਹੈ। ਇਵੈਪੋਰੇਸ਼ਨ ਦੇ ਵਿੱਚ ਕੀ ਹੋਊਗਾ ਕਿ ਜਿਵੇਂ ਹੁਣ ਆਪਣਾ ਜਿਹੜਾ ਰੂਮ ਟੈਂਪਰੇਚਰ ਹੈ, ਮੰਨ ਲਓ 50 ਡਿਗਰੀ ਸੈਲਸੀਅਸ ਤੱਕ ਤੋਂ ਜ਼ਿਆਦਾ ਤਾਂ ਨਹੀਂ ਹੁੰਦਾ, ਬਟ ਫਿਰ ਵੀ ਇੰਨੇ ਘੱਟ ਟੈਂਪਰੇਚਰ ਤੇ ਵੀ ਜਿਹੜੀ ਇਵੈਪੋਰੇਸ਼ਨ ਕੀ ਹੋ ਜਾਂਦੀ ਆ, ਕਾਜ਼। ਬਟ ਜਿਹੜਾ ਬੋਇਲਿੰਗ ਆਪਾਂ ਕਰਦੇ ਹਾਂ 100 ਡਿਗਰੀ ਸੈਲਸੀਅਸ ਦੇ, ਲਿਕੁਇਡ ਦਾ ਜਿਹੜਾ ਬੋਇਲਿੰਗ ਪੁਆਇੰਟ ਹੋਊਗਾ 100 ਡਿਗਰੀ ਸੈਲਸੀਅਸ ਹੁੰਦਾ ਹੈ। ਇਵੈਪੋਰੇਸ਼ਨ ਦੇ ਕੇਸ ਵਿੱਚ ਕੀ ਹੋਊਗਾ ਕਿ ਜਿੰਨਾ ਵੀ ਆਪਾਂ ਜਿੱਥੇ ਵੀ ਆਪਾਂ ਉਹਨੂੰ ਰੱਖ ਦੇਵਾਂਗੇ, ਕੋਈ ਵੀ ਯੂਟੈਂਸਿਲ ਹੈ ਉਹਦੇ ਵਿੱਚ ਵਾਟਰ ਪਾ ਕੇ ਰੱਖ ਦੇਵਾਂਗੇ, ਥੋੜੇ ਟਾਈਮ ਬਾਅਦ ਕੀ ਹੋਊਗਾ, ਇਵੈਪੋਰੇਸ਼ਨ ਜਿਹੜੀ ਪ੍ਰੋਸੈਸ ਆ ਉਹ ਹੋਊਗੀ ਉੱਥੇ। ਮਤਲਬ ਕੀ ਹੈ, ਜਿਹੜਾ ਵਾਟਰ ਹੈ ਉਹ ਆਪਣਾ ਕਿਹੜੀ ਫਾਰਮ 'ਚ ਚਲੇ ਜਾਂਦਾ, ਲਿਕੁਇਡ ਤੋਂ ਵੇਪਰ ਸਟੇਜ ਦੇ ਵਿੱਚ। ਨੈਕਸਟ ਇਹਦੇ ਫੈਕਟਰਸ ਆ ਜਾਂਦੇ ਨੇ, ਫੈਕਟਰਸ ਅਫੈਕਟਿੰਗ ਇਵੈਪੋਰੇਸ਼ਨ। ਇਵੈਪੋਰੇਸ਼ਨ ਨੂੰ ਕਿਹੜੇ ਫੈਕਟਰਸ ਨੇ ਜਿਹੜੇ ਇਫੈਕਟ ਕਰਦੇ ਨੇ। ਫਰਸਟ ਹੈਗਾ ਸਰਫੇਸ ਏਰੀਆ, ਸੈਕੰਡ ਇਜ਼ ਅ ਟੈਂਪਰੇਚਰ, ਥਰਡ ਇਜ਼ ਅ ਹਿਊਮਿਡਿਟੀ ਐਂਡ ਫੋਰਥ ਇਜ਼ ਅ ਵਿੰਡ ਸਪੀਡ। ਸਰਫੇਸ ਏਰੀਆ 'ਚ ਕੀ ਹੋਊਗਾ, ਸਰਫੇਸ ਏਰੀਆ ਇਨਕਰੀਜ਼ਸ ਦ ਰੇਟ ਆਫ ਇਵੈਪੋਰੇਸ਼ਨ increases। ਸਰਫੇਸ ਏਰੀਆ ਇਨਕਰੀਜ਼ ਹੋਣ ਦੇ ਨਾਲ ਜਿਹੜਾ ਰੇਟ ਆਫ ਇਵੈਪੋਰੇਸ਼ਨ ਉਹ ਵੀ ਕੀ ਹੋਊਗਾ, ਇਨਕਰੀਜ਼ ਹੋਊਗਾ। ਜਿਵੇਂ ਆਪਾਂ ਕੋਈ ਵੀ ਐਗਜ਼ਾਮਪਲ ਲੈ ਲੈਂਦੇ ਆ, ਕਲੋਥਸ ਦੀ ਐਗਜ਼ਾਮਪਲ ਲੈ ਲੈਂਦੇ ਆ। ਵਾਈਲ ਪੁਟਿੰਗ ਕਲੋਥਸ ਫॉर ਡਰਾਈਂਗ ਅਪ ਵੀ ਸਪਰੈਡ them ਆਊਟ। ਜਿਵੇਂ ਆਪਾਂ ਕਲੋਥਸ ਨੂੰ ਚੇਅਰ ਤੇ ਜੇ ਐਜ਼ ਇਟ ਇਜ਼ ਰੱਖ ਦਈਏ ਬਿਨਾਂ ਉਹਨੂੰ ਫੈਲਾਏ ਹੋਏ, ਤਾਂ ਕੀ ਹੋਊਗਾ ਕਿ ਉਹ ਜ਼ਿਆਦਾ ਸਪੀਡ ਦੇ ਨਾਲ ਡਰਾਈ ਹੋਣਗੇ, ਨਹੀਂ। ਬਟ ਜੇ ਆਪਾਂ ਉਹਨੂੰ ਪੂਰਾ ਓਪਨ ਕਰਕੇ ਸਪਰੈਡ ਕਰਕੇ ਕਲੋਥਸ ਨੇ ਜਿਹੜੇ ਉਹਨਾਂ ਨੂੰ ਫੈਲਾ ਕੇ ਕੀ ਡਰਾਈ ਕਰਾਂਗੇ, ਦੈਨ ਉਹ ਕੀ ਹੋਊਗਾ, ਈਜ਼ੀਲੀ ਕੀ ਹੋ ਜਾਣਗੇ, ਡਰਾਈ, ਔਰ ਸਪੀਡ ਦੇ ਨਾਲ ਕੀ ਹੋ ਜਾਣਗੇ, ਡਰਾਈ ਹੋ ਜਾਣਗੇ। ਤਾਂ ਕਰਕੇ ਜੇ ਆਪਾਂ ਕਲੋਥਸ ਦਾ ਸਰਫੇਸ ਏਰੀਆ ਇਨਕਰੀਜ਼ ਕਰਾਂਗੇ, ਦੈਨ ਆਪਣਾ ਕੀ ਹੋਊਗਾ, ਇਵੈਪੋਰੇਸ਼ਨ ਦਾ ਰੇਟ ਵੀ ਕੀ ਹੋ ਜਾਊਗਾ, ਇਨਕਰੀਜ਼। ਤਾਂ ਇਹਦਾ ਡਾਇਰੈਕਟ ਰਿਲੇਸ਼ਨ ਹੈ ਸਰਫੇਸ ਏਰੀਆ ਦੇ ਨਾਲ। ਸਰਫੇਸ ਏਰੀਆ ਇਨਕਰੀਜ਼ਸ, ਦ ਰੇਟ ਆਫ ਇਵੈਪੋਰੇਸ਼ਨ ਆਲਸੋ ਇਨਕਰੀਜ਼ਸ। सेकंड है टेम्परेचर, सेकंड इफेक्ट है अपना टेम्परेचर। विद द इंक्रीज ऑफ टेम्परेचर द काइनेटिक एनर्जी ऑफ द पार्टिकल इंक्रीजेस, देन द रेट ऑफ इवेपोरेशन आल्सो इंक्रीजेस। जिवें जिवें टेम्परेचर ਨੂੰ ਆਪਾਂ ਇਨਕਰੀਜ਼ ਕਰਾਂਗੇ,
ਦੈਨ ਕਾਈਨੈਟਿਕ એનર્ਜੀ ਹੁੰਦੀ ਹੈ ਜਿਹੜੀ ਪਾਰਟੀਕਲਸ ਦੇ ਵਿੱਚ ਕਾਈਨੈਟਿਕ એનર્ਜੀ ਆਬਵੀਅਸਲੀ ਉਹ ਵੀ ਕੀ ਹੋਊਗੀ ਇਨਕਰੀਜ਼ ਹੋਊਗੀ ਤਾਂ ਕਾਈਨੈਟਿਕ એનર્ਜੀ ਇਨਕਰੀਜ਼ ਹੋਣ ਦੇ ਨਾਲ ਜਿਹੜਾ ਰੇਟ ਆਫ ਇਵੈਪੋਰੇਸ਼ਨ ਉਹ ਵੀ ਕੀ ਹੋਊਗਾ ਇਨਕਰੀਜ਼ ਹੋਊਗਾ ਇਹਦਾ ਵੀ ਕੀ ਹੋਊ ਟੈਂਪਰੇਚਰ ਦੇ ਨਾਲ ਇਵੈਪੋਰੇਸ਼ਨ ਦਾ ਡਾਇਰੈਕਟ ਰਿਲੇਸ਼ਨ ਹੋਊਗਾ ਨੈਕਸਟ ਆਪਣਾ ਆਉਂਦਾ ਹਿਊਮਿਡਿਟੀ what do you mean by humidity humidity is the amount of water present in air ਹਿਊਮਿਡਿਟੀ ਕੀ ਹੁੰਦੀ ਹੈ ਅਮਾਉਂਟ ਹੁੰਦੀ ਹੈ ਵਾਟਰ ਵੇਪਰ ਦੀ ਜਿਹੜੀ 에ਅਰ ਦੇ ਵਿੱਚ ਕਿੰਨੇ ਵਾਟਰ ਵੇਪਰ ਹੈ ਪ੍ਰੈਜ਼ੈਂਟ ਹੁੰਦੇ ਨੇ humidity is the amount of water vapor present in air when humidity increases the rate of evaporation decreases ਇਹਦਾ ਇਨਵਰਸ ਰਿਲੇਸ਼ਨ ਆ ਜਾਂਦਾ ਹੈ ਰੇਟ ਆਫ ਇਵੈਪੋਰੇਸ਼ਨ ਹੈ ਜਿਹੜੀ ਇਵੈਪੋਰੇਸ਼ਨ ਹੈ ਤੇ ਹਿਊਮਿਡਿਟੀ ਇਹਨਾਂ ਦਾ ਇਨਵਰਸ ਰਿਲੇਸ਼ਨ ਆ ਜਾਂਦਾ ਜਿਵੇਂ ਜਿਵੇਂ ਹਿਊਮਿਡਿਟੀ ਕੀ ਹੋਊਗੀ ਇਨਕਰੀਜ਼ ਹੋਊਗੀ ਉਵੇਂ ਰੇਟ ਆਫ ਇਵੈਪੋਰੇਸ਼ਨ ਕੀ ਹੋਊਗਾ ਡਿਕਰੀਜ਼ ਕਿਉਂ ਡਿਕਰੀਜ਼ ਹੋਊਗਾ ਕਿਉਂਕਿ 에ਅਰ ਦੇ ਵਿੱਚ ਕੀ ਆਲਰੇਡੀ ਵਾਟਰ ਵੇਪਰ ਆਲਰੇਡੀ ਪ੍ਰੈਜ਼ੈਂਟ ਨੇ ਹਿਊਮਿਡ ਹੈ ਮਤਲਬ 에ਅਰ ਦੇ ਵਿੱਚ ਆਲਰੇਡੀ ਕੀ ਹੈ ਹਿਊਮਿਡਿਟੀ ਹੈ 에ਅਰ ਦੇ ਵਿੱਚ ਵਾਟਰ ਵੇਪਰਸ ਕੀ ਨੇ ਪ੍ਰੈਜ਼ੈਂਟ ਨੇ ਤਾਂ ਹੋਰ ਵਾਟਰ ਵੇਪਰ ਨੂੰ ਐਡ ਨਹੀਂ ਕੀਤਾ ਜਾ ਸਕਦਾ 에ਅਰ ਦੇ ਵਿੱਚ ਦੈਨ ਫਿਰ ਰੇਟ ਆਫ ਇਵੈਪੋਰੇਸ਼ਨ ਕੀ ਹੋ ਜਾਊਗਾ ਘਟ ਜਾਊਗਾ ਤਾਂ ਹਿਊਮਿਡਿਟੀ ਦਾ ਇਹੀ ਰਿਲੇਸ਼ਨ ਆ ਜਾਂਦਾ ਇਨਵਰਸ ਰਿਲੇਸ਼ਨ ਕਿਹਦੇ ਨਾਲ ਇਵੈਪੋਰੇਸ਼ਨ ਦੇ ਨਾਲ ਹਿਊਮਿਡਿਟੀ ਵਧਣ ਦੇ ਨਾਲ ਰੇਟ ਆਫ ਇਵੈਪੋਰੇਸ਼ਨ ਕੀ ਹੋ ਜਾਊਗਾ ਘਟ ਜਾਊਗਾ ਨੈਕਸਟ ਹੈਗੀ ਹੈ ਲਾਸਟ ਵਾਲਾ ਵਿੰਡ ਸਪੀਡ ਲਾਸਟ ਫੈਕਟਰ ਆਪਣਾ ਵਿੰਡ ਸਪੀਡ ਵਿਦ ਇਨਕਰੀਜ਼ ਇਨ ਦਾ ਵਿੰਡ ਸਪੀਡ ਦ ਰੇਟ ਆਫ ਇਵੈਪੋਰੇਸ਼ਨ ਆਲਸੋ ਇਨਕਰੀਜ਼ਸ ਹੁਣ ਵਿੰਡ ਸਪੀਡ ਵਧਣ ਦੇ ਨਾਲ ਕੀ ਹੋਊਗਾ ਜਿਹੜਾ ਰੇਟ ਆਫ ਇਵੈਪੋਰੇਸ਼ਨ ਉਹ ਵੀ ਕੀ ਹੋ ਜਾਊਗਾ ਇਨਕਰੀਜ਼ ਹੋ ਜਾਊਗਾ It is a common observation that clothes dry faster on a windy day. With the increase in wind speed, the particles of the water vapor move away with the wind, decreasing the amount of water vapor in the surrounding. Wind speed ਵਧਣ ਦੇ ਨਾਲ ਕੀ ਹੋਊਗਾ evaporation ਦਾ rate ਵੀ ਕੀ ਹੋਊਗਾ increase ਹੋ ਜਾਊਗਾ rainy day ਦੇ ਵਿੱਚ ਜਿਹੜੇ clothes ਨੇ ਉਹਨਾਂ ਦੀ speed ਘੱਟ ਹੋਊਗੀ ਕਿ humidity present ਹੁੰਦੀ ਹੈ ਇਹਦੇ ਵਿੱਚ ਤਾਂ ਉਹਨਾਂ ਦੇ ਚਾਂਸਸ ਨੇ ਕਿ ਜਿਹੜੇ ਆਪਣੇ ਕਲੋਥਸ ਨੇ ਡਰਾਈ ਨਹੀਂ ਹੋਣਗੇ ਇੰਨੇ ਉਹਦੇ ਨਾਲ ਬਟ ਜੇ ਆਪਾਂ ਦੇਖੀਏ ਕਿ ਸਨੀ ਡੇ ਦੇ ਵਿੱਚ ਕੀ ਹੋਊਗਾ ਈਜ਼ੀਲੀ ਕੀ ਹੋ ਜਾਣਗੇ ਔਰ ਸਪੀਡ ਦੇ ਨਾਲ ਕੀ ਹੋ ਜਾਣਗੇ ਆਪਣੇ ਕਲੋਥਸ ਕੀ ਹੋ ਜਾਣਗੇ ਡਰਾਈ ਜਾਂ ਵਿੰਡ ਸਪੀਡ ਦੇ ਆਪਾਂ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੋਊਗਾ ਇਹਦਾ ਰਿਲੇਸ਼ਨ ਵੀ ਡਾਇਰੈਕਟ ਆ ਜਾਂਦਾ ਵਿੰਡ ਸਪੀਡ ਦਾ ਰਿਲੇਸ਼ਨ ਇਵੈਪੋਰੇਸ਼ਨ ਦੇ ਨਾਲ ਕੀ ਆ ਜਾਊਗਾ ਡਾਇਰੈਕਟ ਰਿਲੇਸ਼ਨ ਆ ਜਾਊਗਾ ਵਿੰਡ ਸਪੀਡ ਵਧਣ ਦੇ ਨਾਲ ਜਿਹੜਾ ਇਵੈਪੋਰੇਸ਼ਨ ਦਾ ਰੇਟ ਉਹ ਵੀ ਕੀ ਹੋਊਗਾ ਇਨਕਰੀਜ਼ ਹੋਊਗਾ then next अपना NCERT वाला क्वेश्चन अराइज होया हाउ डज इवेपोरेशन कॉज कूलिंग इवेपोरेशन कॉज किवें करदी है कूलिंग ਨੂੰ ਜਿਹੜਾ ਇਵੈਪੋਰੇਸ਼ਨ ਆਪਾਂ ਕਰ ਰਹੇ ਹਾਂ ਇਹਦਾ ਮਤਲਬ ਕੀ ਹੋਊਗਾ ਕਿ ਕੌਜ਼ ਕਰਦੀ ਹੈ ਕੂਲਿੰਗ ਵਾਈ in an open vessel the liquid keeps on evaporating the particles of liquid absorb energy from the surrounding to regain the energy lost during evaporation this absorption of energy from the surroundings make the surrounding cold ਹਾਂਜੀ ਇਹਦੇ ਵਿੱਚ ਕੀ ਹੋਇਆ ਕਿ ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਜੇ ਆਪਾਂ ਆਈਸ ਨੂੰ ਟੱਚ ਕਰਦੇ ਆ ਆਪਾਂ ਆਪਣਾ ਹੈਂਡ ਆ ਜਿਹੜਾ ਹੈਂਡ ਦੇ ਨਾਲ ਆਪਾਂ ਆਈਸ ਨੂੰ ਟੱਚ ਕਰਾਂਗੇ ਦੈਨ ਕੀ ਹੋਊਗਾ ਜੀ ਆਪਣੇ ਹੈਂਡ ਦੇ ਵਿੱਚ ਕੀ ਹੋਊਗੀ ਹੀਟ ਹੋਊਗੀ ਉਹਨੂੰ ਆਈਸ ਨੇ ਕੀ ਕਰ ਲੈਣਾ ਐਬਜ਼ੌਰਬ ਕਰ ਲੈਣਾ ਜਿਹਦੀ ਵਜ੍ਹਾ ਦੇ ਨਾਲ ਆਪਣਾ ਜਿਹੜਾ ਹੈਂਡ ਆ ਉਹ ਕਿਹੜਾ ਮਤਲਬ ਉਹਨੂੰ ਕੀ ਫੀਲ ਹੁੰਦਾ ਆਪਣਾ ਹੈਂਡ ਕੂਲ ਫੀਲ ਕਰਦਾ ਕੂਲਿੰਗ ਇਫੈਕਟ ਆ ਜਿਹੜਾ ਉਹ ਸ਼ੋ ਹੁੰਦਾ ਮਤਲਬ ਜਦੋਂ ਕੀ ਹੋਊਗਾ ਆਪਣੇ हैंड विचों हीट एब्जॉर्ब कर ली उन्हें दैन आपां नूं किहड़ा इफेक्ट शो है कूलिंग उस प्रोसैस नूं आपां इवैपोरेशन कहने उत्थे किहड़ी टर्म यूज हुंदी है इवैपोरेशन जदों की होगा अपनी बॉडी चों हीट की होगी बाहर निकलूगी दैन आपां नूं की होगा कूलिंग इफेक्ट शो हुंदा है तां इवैपोरेशन है जिहड़ी की करदी है कॉज कूलिंग नैक्सट अपने कोल व्हाट हैपन व्हेन यू pour some acetone हाँ जी एसीटोन दा फार्मूला हुंदा CH3COCH3 जिन्हों आपां कहने हुंदे नेल पॉलिश रिमूवर on your palm the particles gain energy from your palm or surroundings and evaporate cause cooling palm to feel cool after a hot sunny day people sprinkle water on the roof or open ground because the large latent heat of vaporization of water helps to cool the hot surface first of all ਪਹਿਲਾਂ ਆਪਾਂ ਇੱਕ ਐਕਸਪੈਰੀਮੈਂਟ ਦੇਖਦੇ ਹਾਂ ਜੇ ਆਪਾਂ ਨੇਲ ਪਾਲਿਸ਼ ਰਿਮੂਵਰ ਹੈ ਜਿਹਦਾ ਕੈਮੀਕਲ ਜਿਹੜਾ ਨੇਮ ਹੈ ਐਸੀਟੋਨ ਆਪਾਂ ਕਹਿੰਦੇ ਆ ਐਸੀਟੋਨ ਦਾ ਫਾਰਮੂਲਾ ਆਲਰੇਡੀ ਦੱਸ ਦਿੱਤਾ CH3COCH3 ਜਦੋਂ ਆਪਾਂ ਐਸੀਟੋਨ ਹੈ ਜਿਹੜਾ ਇਹਨੂੰ ਆਪਾਂ ਕੀ ਕਰਾਂਗੇ ਆਪਣੀ ਪਾਮ ਦੇ ਉੱਪਰ ਪਾਵਾਂਗੇ ਦੈਨ ਆਪਾਂ ਨੂੰ ਕਿਹੜਾ ਇਫੈਕਟ ਸ਼ੋ ਹੁੰਦਾ ਆਪਾਂ ਨੂੰ ਥੋੜਾ ਮਤਲਬ ਕਿਵੇਂ ਲੱਗੂਗਾ ਕੂਲਿੰਗ ਇਫੈਕਟ ਸ਼ੋ ਕਿਹਦੀ ਵਜ੍ਹਾ ਨਾਲ ਇਵੈਪੋਰੇਸ਼ਨ ਕਿਉਂਕਿ ਉੱਥੇ ਕੀ ਹੋ ਰਹੀ ਆ ਆਪਣੇ ਹੈਂਡਸ ਦੇ ਵਿੱਚੋਂ ਹੀਟ ਬਾਹਰ ਨਿਕਲ ਰਹੀ ਹੈ ਔਰ ਆਪਾਂ ਨੂੰ ਕਿਹੜਾ ਮਤਲਬ ਕੀ ਫੀਲ ਹੋ ਰਿਹਾ ਕੂਲ then ਇੱਥੇ ਇਵੈਪੋਰੇਸ਼ਨ ਕਿਹੜਾ ਇਫੈਕਟ ਸ਼ੋ ਕਰੂਗੀ ਕੂਲਿੰਗ ਇਫੈਕਟ
ਨੈਕਸਟ ਹੌਟ ਸਨੀ ਡੇਜ਼ ਦੇ ਵਿੱਚ ਜਦੋਂ ਜਿਹੜੇ ਸਪ੍ਰਿੰਕਲ ਹੁੰਦਾ ਵਾਟਰ ਵਗੈਰਾ ਆਪਣੇ ਰੂਫ ਤੇ ਹੌਟ ਸਨੀ ਡੇਜ਼ ਦੇ ਵਿੱਚ ਜਿਹੜੇ ਕੋਈ ਸ਼ਾਪਕੀਪਰ ਵਗੈਰਾ ਹੁੰਦੇ ਕਿ ਆਪਣੀ ਛੱਤਾਂ ਦੇ ਘਰ ਦੀਆਂ ਛੱਤਾਂ ਦੀਆਂ ਬਾਹਰ ਮਤਲਬ ਆਪਣੀ ਸ਼ਾਪ ਦੇ ਬਾਹਰ ਆ ਜਿਹੜਾ ਉਹ ਦੁਪਹਿਰ ਦੇ ਟਾਈਮ ਤੋਂ ਬਾਅਦ ਕੀ ਕਰਦੇ ਆ ਸਪ੍ਰਿੰਕਲ ਕਰਦੇ ਆ ਵਾਟਰ ਵਗੈਰਾ ਛਿੜਕਦੇ ਨੇ। ਉਹ ਕਿਉਂ ਛਿੜਕਦੇ ਨੇ ਤਾਂ ਕਿ ਉਧਰੋਂ ਕੀ ਪਾਸ ਹੋਵੇ ਮਤਲਬ ਜਿਹੜੀ ਬਾਹਰਲੀ ਹਵਾ ਉਹ ਕੀ ਠੰਡੀ ਹੋ ਕੇ ਅੰਦਰ ਨੂੰ ਆਵੇ। ਦੈਨ ਉਹ ਵੀ ਉੱਥੇ ਆਪਣਾ ਕਿਹੜਾ ਇਫੈਕਟ ਸ਼ੋ ਹੁੰਦਾ ਹੈ ਇਵੈਪੋਰੇਸ਼ਨ ਦਾ ਇਫੈਕਟ ਕਿ ਹੀਟ ਵਗੈਰਾ ਜਿਹੜੀ ਹੁੰਦੀ ਹੈ ਉਹ ਅਬਜ਼ੌਰਬ ਕਰ ਲੈਂਦੀ ਤੇ ਆਪਾਂ ਨੂੰ ਕਿਹੜਾ ਇਫੈਕਟ ਸ਼ੋ ਹੋਊਗਾ ਕੂਲਿੰਗ ਦਾ ਇਫੈਕਟ ਇਵੈਪੋਰੇਸ਼ਨ। ਵਾਈ ਸ਼ੁੱਡ ਵੀ ਵੀਅਰ ਕਾਟਨ ਕਲੋਥਸ ਇਨ ਸਮਰ ਵੈਰੀ ਵੈਰੀ ਇੰਪੋਰਟੈਂਟ। ਆਪਾਂ ਜਿਹੜਾ ਕਾਟਨ ਕਲੋਥ ਕਿਉਂ ਵੀਅਰ ਕਰਦੇ ਹਾਂ ਸਮਰ ਦੇ ਵਿੱਚ ਡਿਊਰਿੰਗ ਸਮਰ ਵੀ perspire more because of the mechanism of our body which keeps us cool. We know that during evaporation the particles at the surface of the liquid gain energy from the surroundings or body surface and change into vapor. The heat energy equal to the latent heat of vaporization. Latent heat of fusion, latent heat of vaporization already ਆਪਾਂ ਨੇ ਪਹਿਲੇ ਲੈਕਚਰਸ ਦੇ ਵਿੱਚ ਡਿਸਕਸ ਕਰ ਲਿਆ। The heat energy equal to the latent heat of vaporization is absorbed from the body, leaving the body cool. Cotton, being a good absorber of water, helps in absorbing the sweat and exposing it to the atmosphere for easy evaporation. ਆਪਾਂ ਸਮਰ ਦੇ ਵਿੱਚ ਕਾਟਨ ਕਲੋਥਸ ਨੇ ਜਿਹੜੇ ਤਾਂ ਕਰਕੇ ਵੀਅਰ ਕਰਦੇ ਆ ਕਿ ਜਿਹੜਾ ਆਪਾਂ ਨੂੰ ਸਵੈਟ ਆਉਂਦਾ ਪਸੀਨਾ ਆਉਂਦਾ ਤਾਂ ਜਿਹੜੇ ਕਾਟਨ ਕਲੋਥਸ ਨੇ ਉਹ ਗੁੱਡ ਅਬਜ਼ੌਰਬਰ ਹੁੰਦੇ ਨੇ ਕਿਹਦੇ ਜਿਹੜਾ ਆਪਣਾ ਪਸੀਨਾ ਹੈ ਸਵੈਟ ਹੈ ਉਹਨੂੰ ਕੀ ਕਰ ਲੈਂਦੇ ਨੇ ਅਬਜ਼ੌਰਬ ਕਰ ਲੈਂਦੇ ਨੇ। ਜਦੋਂ ਅਬਜ਼ੌਰਬ ਕਰਨਗੇ ਦੈਨ ਉੱਥੇ ਆਪਾਂ ਨੂੰ ਕਿਹੜਾ ਇਫੈਕਟ ਸ਼ੋ ਹੋਊਗਾ ਕਲੋਥਸ ਨੇ ਆਪਣੇ ਵੈਟ ਹੋ ਜਾਣਗੇ ਦੈਨ ਉੱਥੇ ਆਪਾਂ ਨੂੰ ਕੂਲਿੰਗ ਫੀਲ ਹੁੰਦੀ ਹੈ ਕੀ ਫੀਲ ਹੁੰਦੀ ਹੈ ਕੂਲਿੰਗ। ਬਟ ਜੇ ਆਪਾਂ ਸਿੰਥੈਟਿਕ ਕਲੋਥਸ ਪਾਵਾਂਗੇ ਉਹ ਹੀਟ ਨੂੰ ਜਿਹੜਾ ਆਪਣਾ ਸਵੈਟ ਹੈ ਸਵੈਟ ਨੂੰ ਕੀ ਅਬਜ਼ੌਰਬ ਨਹੀਂ ਕਰਨਗੇ ਜਿਹਦੇ ਕਰਕੇ ਆਪਾਂ ਨੂੰ ਬੜੀ ਗਰਮੀ ਲੱਗੂਗੀ ਬਟ ਆਪਾਂ ਨੂੰ ਕੂਲਿੰਗ ਇਫੈਕਟ ਉੱਥੇ ਸ਼ੋ ਨਹੀਂ ਹੋਊਗਾ। ਤਾਂ ਕਰਕੇ ਕੀ ਹੈ ਆਪਾਂ ਨੂੰ ਸਮਰ ਸੀਜ਼ਨ ਦੇ ਵਿੱਚ ਕੀ ਹੈ ਕਾਟਨ ਕਲੋਥਸ ਵੀਅਰ ਕਰਨੇ ਚਾਹੀਦੇ ਨੇ ਤਾਂ ਕਿ ਜਿਹੜਾ ਆਪਣਾ ਸਵੈਟ ਹੈ ਆਪਣਾ ਪਸੀਨਾ ਹੈ ਉਹ ਕੀ ਹੋ ਜਾਵੇ ਉਹਨਾਂ ਨੂੰ ਕਾਟਨ ਕਲੋਥਸ ਕੀ ਕਰ ਲੈਣ ਆਪਣਾ ਐਬਜ਼ੌਰਬ ਕਰ ਲੈਣ ਦੈਨ ਆਪਾਂ ਨੂੰ ਕੀ ਇਫੈਕਟ ਸ਼ੋ ਹੋਵੇ ਕੂਲਿੰਗ। ਨੈਕਸਟ ਵਾਈ ਡੂ ਵੀ ਸੀ ਵਾਟਰ ਡ੍ਰੌਪਲੇਟਸ ਔਨ ਦ ਆਊਟਰ ਸਰਫੇਸ ਆਫ ਅ ਗਲਾਸ containing ice cold water? Let us take some ice cold water in a tumbler. Soon we will see water droplets on the outer surface of the tumbler. The water vapor present in air on coming in contact with the cold glass of water loses energy and get converted to liquid state which we see as water droplets. ਹਾਂਜੀ ਤੁਸੀਂ ਕਈ ਵਾਰ ਐਕਸਪੈਰੀਮੈਂਟ ਵੀ ਵੈਸੇ ਵੀ ਡੇਲੀ ਲਾਈਫ 'ਚ ਤੁਸੀਂ ਦੇਖਿਆ ਹੋਊਗਾ ਕਿ ਜੇ ਕੋਈ ਵੀ ਕੋਲਡ ਕੋਈ ਵਾਟਰ ਦਾ ਆਪਣਾ ਗਲਾਸ ਪਿਆ ਦੈਨ ਉਹਦੇ ਆਲੇ ਦੁਆਲੇ ਕੀ ਹੁੰਦੀਆਂ ਵਾਟਰ ਦੀਆਂ ਡ੍ਰੌਪਲੇਟਸ ਆਪਾਂ ਨੂੰ ਦਿਖਦੀਆਂ ਹੁੰਦੀਆਂ ਨੇ ਵਿਜ਼ੀਬਲ ਹੁੰਦੀਆਂ ਨੇ ਜਾਂ ਆਪਾਂ ਨੀਚੇ ਦੇਖਦੇ ਹਾਂ ਜੋ ਆਪਣਾ ਕੀ ਹੈ ਗਲਾਸ ਹੈ ਉਹਦੇ ਵਿੱਚ ਕੋਲਡ ਵਾਟਰ ਹੈ ਜੋ ਆਪਾਂ ਨੂੰ ਉੱਪਰ ਚੱਕ ਕੇ ਦੇਖਦੇ ਕਿ ਨੀਚੇ ਬਾਟਮ ਤੇ ਇੱਕ ਲੇਅਰ ਵਾਟਰ ਦੀ ਹੁੰਦੀ ਆ ਆਪਾਂ ਨੂੰ ਸ਼ੋ ਹੁੰਦੀ ਉਹ ਕਿਉਂ ਹੁੰਦੀ ਹੈ ਕਿ ਜਿਹੜੇ ਬਾਹਰ ਸਰਾਊਂਡਿੰਗ 'ਚ ਜਿਹੜੇ ਵਾਟਰ ਵੇਪਰਸ ਨੇ ਉਹ ਵੀ ਕੀ ਕਰਦੇ ਨੇ ਉਹ ਵੀ ਕੂਲ ਹੋਣਾ ਠੰਡਾ ਹੋਣਾ ਸਟਾਰਟ ਕਰਦੇ ਨੇ ਦੈਨ ਉਹ ਕੀ 'ਚ ਕਨਵਰਟ ਹੋ ਜਾਂਦੇ ਨੇ ਵਾਟਰ ਵੇਪਰਸ ਅਗੇਨ ਕੀ 'ਚ ਕਨਵਰਟ ਹੋ ਜਾਂਦੇ ਨੇ ਲਿਕੁਇਡ ਦੇ ਵਿੱਚ। ਨੈਕਸਟ ਆਪਣੇ ਕੋਲ ਕੁਝ ਇੰਪੋਰਟੈਂਟ ਟਰਮਸ ਨੇ ਵਟ ਯੂ ਹੈਵ ਲਰਨਡ। ਮੈਟਰ ਇਜ਼ ਮੇਡ ਆਫ ਇਹਦੀ ਆਪਾਂ ਸਮਰੀ ਦੇਖ ਲੈਂਦੇ ਹਾਂ ਪੂਰੇ ਚੈਪਟਰ ਦੀ। ਫੈਕਟਰਸ ਅਫੈਕਟਿੰਗ ਇਵੈਪੋਰੇਸ਼ਨ ਟੌਪਿਕ ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਆਪਾਂ ਇਹਦੀ ਪੂਰੇ ਚੈਪਟਰ ਦੀ ਜਿਹੜਾ ਮੈਟਰ ਇਨ ਆਵਰ ਸਰਾਊਂਡਿੰਗ ਇਹਦੀ ਸਮਰੀ ਡਿਸਕਸ ਕਰ ਲੈਂਦੇ ਹਾਂ। Matter is made up of small particles. The matter around us exists in 3 states: solid, liquid and gas. But in modern times, scientists are ਜਿਹੜੇ ਇਹਨਾਂ ਨੇ ਕੀ ਕਿਹਾ ਆਪਾਂ ਨੂੰ now scientists are taking of 5 states of matter. ਉਹਨਾਂ ਨੇ 5 states of matter ਡਿਸਕਸ ਕੀਤੀਆਂ ਨੇ: solid, liquid, gas, plasma and Bose-Einstein condensate. Matter is made up of small particles. The forces of attraction between the particles are maximum in solids, intermediate in liquids and minimum in gases. Already ਆਪਾਂ ਨੇ ਇਹ ਵੀ ਡਿਸਕਸ ਕੀਤਾ ਹੋਇਆ। Next important key points हैं जो learn ਕਰਨ ਦੇ ਲਈ the spaces in between the constituent particles and kinetic energy of the particles are minimum in case of solids, intermediate in liquids and maximum in gases. Yes, ਜਿਹੜੀ kinetic energy ਹੁੰਦੀ ਹੈ solids ਦੇ ਕੇਸ ਦੇ ਵਿੱਚ ਕੀ ਹੋਊਗੀ ਬਹੁਤ ਘੱਟ ਹੁੰਦੀ ਹੈ ਐਂਡ ਲਿਕੁਇਡਸ ਦੇ ਵਿੱਚ ਇੰਟਰਮੀਡੀਏਟ ਹੋਊਗੀ ਦੈਨ ਮੈਕਸਿਮਮ ਕਿਹੜੇ ਕੇਸ 'ਚ ਹੁੰਦੀ ਹੈ ਕਾਈਨੈਟਿਕ એનર્ਜੀ ਗੈਸਸ ਦੇ ਵਿੱਚ।
The arrangement of particles is most ordered in case of solids. In case of liquid, layer of particles can slip and slide over each other, while for gases there is no order. Particles just move about randomly. ਆਪਾਂ ਨੂੰ ਕਲੀਅਰਲੀ ਇਹ ਪਤਾ ਕਿ ਜਿਹੜੇ ਗੈਸਸ ਦੇ ਵਿੱਚ ਕੀ ਹੁੰਦੇ ਨੇ, ਪਾਰਟੀਕਲਸ ਮੂਵ ਕੀ ਕਰਦੇ ਨੇ, ਫ੍ਰੀਲੀ ਮੂਵ ਕਰਦੇ ਆ. The states of matter are interconvertible. The states of matter can be changed by changing temperature of or pressure. State of matter ਹੈ ਜਿਹੜੀ, ਇਹਨੂੰ ਆਪਾਂ ਟੈਂਪਰੇਚਰ ਦੇ ਇਫੈਕਟ ਨਾਲ ਵੀ ਚੇਂਜ ਕਰਕੇ ਦੇਖਿਆ ਐਂਡ ਪ੍ਰੈਸ਼ਰ ਇਹ ਵੀ ਡਿਸਕਸ ਕੀਤਾ ਹੋਇਆ. ਨੈਕਸਟ sublimation. Sublimation is the change of gaseous state directly to solid state without going through liquid state and vice versa. Sublimation ਕਿਹੜੀ ਪ੍ਰੋਸੈਸ ਹੁੰਦੀ ਹੈ ਕਿ ਜਿਹੜਾ ਡਾਇਰੈਕਟ ਜਦੋਂ ਕਿਹਦੇ ਵਿੱਚ ਕਨਵਰਟ ਹੋ ਜਾਂਦੀ ਹੈ, ਗੈਸੀਅਸ ਸਟੇਟ ਦੇ ਵਿੱਚ, ਬਿਨਾਂ ਚੇਂਜ ਕੀਤੇ ਹੋਏ ਲਿਕੁਇਡ ਦੇ ਵਿੱਚ ਨਹੀਂ ਜਾਊਗੀ, ਡਾਇਰੈਕਟਲੀ ਸੋਲਿਡ ਗੈਟ ਕਨਵਰਟਡ ਇਨਟੂ ਗੈਸੀਅਸ ਸਟੇਟ. Boiling is a bulk phenomena. Particles from the bulk, मतलब पूरा ਜਿਹੜਾ liquid ਹੈ, whole liquid ਦੇ particles ਕੀ ਹੋਣਗੇ, heat ਉਹਨਾਂ ਨੂੰ ਮਿਲੂਗੀ. Then boiling ਨੂੰ ਆਪਾਂ ਕੀ ਕਹਿੰਦੇ ਹੁੰਦੇ ਹਾਂ, bulk phenomena. Particles from the bulk, whole of the liquid change into vapor state. Evaporation is a surface phenomena. Already discuss ਕੀਤਾ ਹੈ ਅੱਜ ਆਪਾਂ ਕਿ evaporation ਕੀ ਹੋਊਗਾ, surface phenomena ਹੋਊਗਾ. Particles from the surface gain enough energy to overcome the forces of attraction present in the liquid and change into the vapor state. The rate of evaporation depends upon the surface area exposed to the atmosphere, the temperature, the humidity and wind speed. सारे factors already discuss ਕੀਤੇ ਨੇ, surface area, temperature, humidity, wind speed. Evaporation cause cooling. Properly clear है कि ਜਿਹੜਾ evaporation cooling क्यों cause करता है. Next, latent heat of vaporization is the heat energy required to change 1 kilogram of liquid to gas at atmospheric pressure at its boiling point. Latent heat of vaporization ਦਾ meaning ਕੀ ਹੁੰਦਾ ਹੈ ਕਿ 1 kilogram of liquid ਕੀ change ਹੁੰਦਾ ਹੈ, liquid to gas at atmospheric pressure and its boiling point. 1 kilogram liquid change ਹੁੰਦਾ ਹੈ gas ਦੇ ਵਿੱਚ. Then latent heat of fusion. Latent heat of fusion is the amount of heat energy required to change 1 kilogram of solid into liquid at its melting point. Latent heat of vaporization ਦੇ ਵਿੱਚ ਜਿਹੜਾ ਆਪਣਾ liquid ਹੈ ਕੀ ਚ ਜਾਊਗਾ, gaseous states, 1 kilogram of liquid gaseous states. But latent heat of fusion ਦੇ ਵਿੱਚ ਕੀ ਹੋਊਗਾ, 1 kilogram of solid get converted into liquid at its melting point. ਹਾਂਜੀ students, next ਆਪਣਾ chapter 5 discuss ਕਰਨਾ ਹੈ, the fundamental unit of life. ਨੈਕਸਟ ਵੀਡੀਓਜ਼ ਦੇ ਵਿੱਚੋਂ ਆਪਾਂ ਡਿਸਕਸ ਕਰਾਂਗੇ. ਨਾ ਸਟੂਡੈਂਟਸ, ਜੇ ਹੁਣ ਤੱਕ ਤੁਸੀਂ ਜਿਹੜਾ ਮੇਰਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਕਰਿਓ ਐਂਡ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ. ਨੋਟੀਫਿਕੇਸ਼ਨ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਸਟੱਡੀ ਦੇ ਨਾਲ ਰਿਲੇਟਡ ਕੋਈ ਵੀ ਵੀਡੀਓ ਨੂੰ ਮੈਂ ਅਪਲੋਡ ਕਰਾਂ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਸਕੋ. ਸੋ ਸਟੂਡੈਂਟਸ, ਨੈਕਸਟ ਵੀਡੀਓਜ਼ ਨੂੰ ਵੀ ਜ਼ਰੂਰ ਦੇਖਿਓ ਚੈਪਟਰਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ. ਥੈਂਕਸ ਫॉर ਵਾਚਿੰਗ.